ਬੜਾ ਚਾਅ ਹੁੰਦਾ ਸੀ ਕਿ ਮਾਂ ਨਾਲ ਬਜ਼ੁਰਗਾਂ ਨਾਲ ਰਜ਼ਾਈ 'ਚ ਲੰਮੇ ਪੈ ਕੇ ਤੇ ਉਹਨਾਂ ਨਾਲ ਜ਼ਿੱਦ ਕਰਨੀ, ਕਹਾਣੀ ਸੁਣਾਓ, ਬਸ ਸਾਨੂੰ ਤੁਸੀਂ ਜਨਾਬ ਕਹਾਣੀ ਸੁਣਾਓ। ਤੋ ਫਿਰ ਉਹਨਾਂ ਨੇ ਨਾ ਜ਼ਿੱਦ ਸਾਡੀ ਮਨ ਮੁੰਨ ਲੈਣੀ। ਹਾਂਜੀ, ਬਾਹਰ ਕਾਤ ਹੋਣਾ ਕਿ ਚਲਗੋਜ਼ੇ ਮੂੰਗਫਲੀ, ਹੁਣ ਤੇ ਚਲਗੋਜ਼ੇ ਐਡੇ ਮਹਿੰਗੇ ਹੋ ਗਏ, 8,000 ਰੁਪਏ ਕਿਲੋ, ਤੇ ਕੀ ਕਿਸੇ ਨੇ ਖਾਣੇ ਤੇ ਕੀ ਬਣੇ। ਖੈਰ ਗੱਲ ਹੈ ਵੀ ਉਹ ਫਿਰ ਇਸ ਤਰ੍ਹਾਂ ਹੀ ਮੈਨੂੰ ਯਾਦ ਆ ਗਿਆ ਕਿ ਮੈਂ ਨਾ ਬਜ਼ੁਰਗਾਂ ਨਾਲ ਲੰਮੇ ਪਏ ਸਾਂ ਤੇ ਮੈਂ ਕਿਹਾ ਵੀ ਕਹਾਣੀ ਸੁਣਾਓ। ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਜਿਹਦੇ 'ਚ ਇੱਕ ਮਾਈ ਦੇ 2 ਪੁੱਤਰ ਹੁੰਦੇ, ਇੱਕ ਬੜਾ ਹੀ ਸਿਆਣਾ ਤੇ ਇੱਕ ਓਨਾ ਹੀ ਨਲਾਇਕ ਮੇਰੇ ਵਰਗਾ। ਉਹ ਜਨਾਬ ਹੁੰਦਾ ਇਹ ਹੈ ਬਈ ਪਿੰਡ 'ਚ ਸਾਰੇ ਲੋਕ ਜਿਹੜੇ ਨੇ ਉਹ ਸੌਖੇ ਨਹੀਂ ਹੁੰਦੇ, ਕੁਝ ਮਾੜੇ ਵੀ ਹੁੰਦੇ, ਕੁਝ ਤਗੜੇ ਵੀ ਹੁੰਦੇ। ਇਹ ਮਾਈ ਦਾ ਬੰਦਾ ਮਰ ਗਿਆ ਸੀ, ਯਾਨੀ ਦੋਨਾਂ ਪੁੱਤਰਾਂ ਦਾ, ਬੱਚਿਆਂ ਉਹਦਿਆਂ ਦਾ ਬਾਪ ਮਰ ਗਿਆ ਸੀ। ਉਹਨੇ ਫਿਰ ਆਪਣੀ ਮਾੜੀ ਮੋਟੀ ਜਿਹੜੀ ਥੋੜ੍ਹੀ ਬਹੁਤ ਜ਼ਮੀਨ ਸੀ ਉਹਦੇ ਸਬਜ਼ੀਆਂ ਸੁਬਜ਼ੀਆਂ ਗੱਡ ਉਹ ਕਰ ਕੁਰ ਕੇ ਆਪਣਾ ਵੇਲਾ ਵਿਚਾਰੀ ਪੂਰਾ ਕਰਦੀ ਸੀ ਤੇ ਬੜੇ ਮੁਸ਼ਕਿਲ ਹਾਲਾਤ ਸਨ ਉਹਦੇ। ਖੈਰ ਉਹਨੇ ਗੁਜ਼ਾਰਾ ਕੀਤਾ, ਆਪਣੇ ਬੱਚੇ ਪਾਲੇ। ਇੱਕ ਦਫਾ ਇੰਜ ਹੋਇਆ ਵੀ ਉਹਦਾ ਪੁੱਤਰ ਜਿਹੜਾ ਲਾਇਕ ਸੀ ਨਾ, ਜਿਹੜਾ ਚਲਾਕ ਹੁਸ਼ਿਆਰ ਸੀ, ਉਹ ਆਪਣੇ ਨਾਨਕੇ ਟੁਰ ਗਿਆ ਤੇ ਕੁਝ ਛੁੱਟੀਆਂ ਜਿਹੀਆਂ ਆ ਗਈਆਂ ਸਕੂਲੋਂ, ਤੇ ਉਹ 9ਵੀਂ 10ਵੀਂ 'ਚ ਪੜ੍ਹਦਾ ਸੀ ਤੇ ਉਹ ਚਲਾ ਗਿਆ। ਇਹ ਬਗਲੋਲ ਜਿਹੜਾ ਮੇਰੇ ਵਰਗਾ ਸੀ ਇਹ ਰਹਿ ਗਿਆ ਘਰ। ਇਹਨੇ ਜਨਾਬ ਮਾਂ ਨਾਲ ਅੱਖ ਚੋਤਾ ਇਸ ਗੱਲ 'ਤੇ ਕਿ ਮਾਈ ਸਾਰਿਆਂ ਨੂੰ ਮੋਟਰਸਾਈਕਲਾਂ ਨੇ ਮੁੰਡਿਆਂ ਕੋਲ, ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੈਗੀ, ਮੈਂ ਕੋਈ ਮਤਲਬ ਗੱਲ ਹੈ ਕੋਈ ਤਾਂ ਮੈਨੂੰ ਮੋਟਰਸਾਈਕਲ ਲੈ ਕੇ ਦੇ, ਜਿਸ ਤਰ੍ਹਾਂ ਵੀ ਹੈ ਮੈਂ ਮੋਟਰਸਾਈਕਲ ਲੈਣੀ ਹੈ। ਬੱਚੇ ਜ਼ਿੱਦ ਕਰਦੇ, ਉਹ ਮਤਲਬ ਲੋਕਾਂ ਦੀ ਦੇਖਾ ਦੇਖੀ ਆਪਣੇ ਹਾਲਾਤ ਨਹੀਂ ਸਮਝਦੇ ਬੱਚੇ ਜੋ ਹੈ। ਉਹ ਫਿਰ ਮਾਈ ਨਾਲ ਬੜੀ ਸਾਰੀ ਜ਼ਿੱਦ ਕਰਦੀ ਪਈ। ਅੱਛਾ, ਮਾਈ ਅੱਗੋਂ ਉਹਨੂੰ ਸਮਝਾਉਣ ਬੁਝਾਉਣ ਦੇ ਸੀ, ਉਹ ਅੱਗੋਂ ਬੋਲਦਾ ਸੀ, ਬਾਹਰ ਆਵਾਜ਼ ਜਾਂਦੀ ਸੀ ਉਹਨਾਂ ਦੀ। ਉਹ ਬਾਹਰ ਨਾ ਉਹ ਬੜੇ ਠੱਗ ਸਨ ਹਰਾਮਜ਼ਾਦੇ, ਉਹਨਾਂ ਨੇ ਦੇਖਿਆ ਘਰ 'ਚ ਸ਼ੋਰ ਹੁੰਦਾ, ਉਹਨਾਂ ਨੇ ਕੰਨ ਲਾ ਲਏ, ਗੱਲ ਸੁਣੀ ਤੇ ਉਹ ਵੀ ਇਹ ਜ਼ਿੱਦ ਕਰਦਾ ਪਿਆ ਤੇ ਮਾਈ ਹੁਣ ਵਿਚਾਰੀ ਮਜਬੂਰ ਹੋ ਜਾਣਾ ਹੈ। ਸਾਰਿਆਂ ਨੂੰ ਪਤਾ ਮਾਪੇ ਜਿਹੜੇ ਨੇ ਉਹ ਮਜਬੂਰ ਹੋ ਜਾਂਦੇ, ਔਲਾਦ ਹੈ ਮੁਹੱਬਤ ਜੋ ਹੋਈ, ਮਤਲਬ ਆਪਣੇ ਦਿਲ ਦੇ ਟੁਕੜੇ ਦੀ ਗੱਲ, ਮਤਲਬ ਮਾਂ ਬਾਪ ਦੇ ਵੱਸ 'ਚ ਹੋਵੇ ਤੇ ਉਹ ਉਹਨੂੰ 7 ਬਾਦਸ਼ਾਹੀਆਂ ਨੂੰ ਹੀ ਬਖਸ਼ ਦੇਵੇ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ। ਲੇਕਿਨ ਉਹ ਬਾਹਰ ਕੈਫ ਉਹ ਸੁਣਦੇ ਸੁਣਦੇ ਨੇ ਲਾ ਕੇ ਵਿੜਕ ਛਿੜਕ ਸਾਰੀ ਸੁਣ ਲਈ। ਹਾਂਜੀ, ਤੇ ਉਹ ਗੱਲ ਕੀਤੀ। ਆਖਰ ਮਾਈ ਨੇ ਕਿਹਾ ਵੀ ਹੁਣ ਇੰਜ ਕਰ, ਆਪਣੇ ਵੀਰ ਨੂੰ ਆ ਲੈਣ ਦੇ। ਤੇ ਉਹ ਕਹਿੰਦਾ ਮਾਈ ਆ ਵੇਖ, ਆ ਵਹਿੜੀ ਏ, ਇਹਨੂੰ ਵੇਚ, ਹਾਂਜੀ ਆ ਤੇਰੇ ਕੋਲ ਤੂੰ ਕਮੇਟੀ ਪਾਈ ਏ, ਉਹਦੇ ਪੈਸੇ ਸ਼ੈਸੇ ਵਿੱਚ ਪਾ ਦੇ, ਮੈਨੂੰ ਮੋਟਰਸਾਈਕਲ ਲੈ ਕੇ ਦੇ। ਉਹਨੇ ਕਿਹਾ ਅੱਛਾ ਪੁੱਤਰਾ ਤੂੰ ਇੰਜ ਕਰ ਵੀ ਫਿਰ ਇਹ ਵਹਿੜੀ ਜਿਹੜੀ ਲੈ ਜਾ, ਆ ਕੋਲ ਸਾਡੇ ਥੈ ਪਿੰਡ ਏ, ਤੇ ਥੈ ਪਿੰਡ 'ਚ ਮੰਡੀ ਲੱਗਦੀ ਏ, ਤੇ ਤੂੰ ਸਵੇਰੇ ਇਹਨੂੰ ਲੈ ਜਾ, ਇਹਨੂੰ ਵੇਚ ਦੇ, ਮੈਂ ਪੈਸੇ ਸ਼ਹਿ ਪਾਉਣੀ ਆ, ਅੱਲਾ ਕਰੇ ਤੇਰੀ ਮੋਟਰਸਾਈਕਲ ਆ ਜਾਏ, ਤੂੰ ਰਾਜ਼ੀ ਹੋ ਜਾਏ ਤਾਂ ਖੁਸ਼ ਹੋ ਜਾਏ। ਪੁੱਤਰ ਤੇਰੀ ਖੁਸ਼ੀ ਤੋਂ ਵੱਧ ਮੈਨੂੰ ਕੀ ਹੈ, ਮੈਂ ਹੋਰ ਕੀ ਚਾਹਾਂਗੀ, ਮੈਂ ਤੇਰੀ ਮਾਂ ਵਾਂ। ਉਹ ਖੈਰ ਉਹਨਾਂ ਨੇ ਉਸ ਜਿਹੜੇ ਸਨ ਨਾ ਠੱਗ ਬੜੇ ਹਰਾਮਜ਼ਾਦੇ ਸਨ, ਬੜੇ ਉੱਲੂ ਦੇ ਪੱਠੇ ਸਨ, ਇਹ ਬੜੇ ਚਲਾਕ ਹੁੰਦੇ, ਹੁਸ਼ਿਆਰ ਕੌਮ ਹੁੰਦੀ। ਇਹਨਾਂ ਦਾ ਕੰਮ ਹੀ ਲੋਕਾਂ ਨਾਲ ਧੋਖੇ ਕਰਨਾ, ਫਰਾਡ ਕਰਨਾ, ਰੋਟੀ ਇੰਝ ਸਿੱਧੀ ਕਰਨੀ ਆਪਣੀ। ਹੁਣ ਖੈਰ ਉਹ ਸੁਣਦੇ ਰਹੇ। ਉਹਨਾਂ ਨੇ ਕਿਹਾ ਹੁਣ ਸਵੇਰੇ ਇਹ ਵਿੜਕ ਰੱਖਣੀ ਇੱਕ ਬੰਦਾ, ਤੇ ਇਹ ਜੋਟੀ ਸੀ 4 ਬੰਦਿਆਂ ਦੀ, ਇਹ 4 ਠੱਗ ਸਨ। ਸਵੇਰ ਹੋਈ, ਉਹਨਾਂ ਨੇ ਵੇਖਿਆ ਵੀ ਉਹ ਵਹਿੜੀ ਛੜੀ ਸਿੱਧੀ ਪੱਧਰੀ ਕਰਦਾ ਪਿਆ, ਉਹ ਲਿਆ ਕੇ ਤੇ ਲਿਜਾਣ, ਜਦੋਂ ਤੁਰ ਪਏ ਤੇ ਉਹ ਦੌੜ ਦੌੜ ਕੇ ਨਾ ਰਸਤੇ 'ਚ ਬਹਿ ਗਏ ਉਹਦੇ ਰਾਹ 'ਚ।
ਇੱਕ ਠੱਗ ਇੱਥੇ ਬਹਿ ਗਿਆ, ਇੱਕ ਫਿਰ ਫਰਲਾਂਗ 2 ਫਰਲਾਂਗ ਇੱਕ ਤੀਜਾ ਹੋ ਗਾਂ ਬਹਿ ਗਿਆ। ਇਹ ਵੈੜੀ ਲੈ ਕੇ ਬੜਾ ਚਾਈ ਰੱਜਦਾ ਰਾਜੀ ਬਾਜੀ ਜਨਾਬ ਕਿ ਹੁਣ ਮੈਂ ਇਹਨੂੰ ਜਾ ਕੇ ਉੱਥੇ ਢਾਲ ਆਉਣਾ, ਮੰਡੀ 'ਚ ਵੇਚ ਵੂਚ ਆਉਣਾ, ਅਤੇ ਮੈਨੀ ਮਾਂ ਨੇ ਆਪਣੀ ਕਮੇਟੀ ਦੇ ਵਿੱਚ ਪੈਸੇ ਪਾ ਪੂ ਕੇ ਅਤੇ ਮੈਨੂੰ ਮੋਟਰਸਾਈਕਲ ਲੈ ਦੇਣੀ ਹੈ, ਅਤੇ ਮੈਂ ਵੀ ਲੋਕਾਂ ਵਰਗੂ ਮੋਟਰਸਾਈਕਲ ਦੇ ਝੂਟੇ ਛਾਟੇ ਲਾਂਗਾ। ਉਹ ਜਨਾਬ ਇਹ ਗੱਲ ਉਹਦੇ ਦਿਲ 'ਚ, ਖੈਰ ਉਹ ਜਦੋਂ ਗਿਆ ਤਾਂ ਪਹਿਲਾ ਜਿਹੜਾ ਠੱਗ ਸੀ ਨਾ ਉਹ ਰਾਜ ਬੈਠਾ ਸੀ ਪਹਿਲੇ ਸਭ ਤੋਂ। ਉਹਨੇ ਕਿਹਾ ਭਾਈ ਇਹ ਖੋਤੀ ਵੇਚਣੀ ਹੈ। ਉਹ ਕਾਕਾ ਖੋਤੀ ਵੇਚ ਲਈ? ਅਤੇ ਉਹ ਕਹਿੰਦਾ ਬਈ ਕਿਹੜੀ ਖੋਤੀ? ਇਹ ਤਾਂ ਵਹਿੜੀ ਹੈ, ਤੈਨੂੰ ਅੰਨਾ ਤੈਨੂੰ ਦੀਦਾ ਨਹੀਂ? ਉਹਨੇ ਕਿਹਾ ਉਹ ਜਿਹਾ ਕੰਮ ਕਰਕੇ ਤੇ ਖੋਤੀ ਲਈ ਫਿਰਦਾ, ਵਹਿੜੀ ਬਣਾਈ ਫਿਰਦਾ ਚਵਲਾ ਜਿਹਾ। ਉਹਨੇ ਏਡਾ ਪੱਕਾ ਜਿਹਾ ਪੀਡਾ ਜਿਹਾ ਮੂੰਹ ਕਰਕੇ ਕਿਹਾ, ਮੁੰਡਾ ਸੋਚਣ ਲੱਗ ਗਿਆ ਵੀ ਮੈਂ ਕਿਸੇ ਇਹ ਤਾਂ ਨਹੀਂ ਹੋਇਆ ਜਿਹੜੀ ਸਾਡੀ ਖੋਤੀ ਸੀ ਉਹ ਖੋਲ ਕੇ ਲੈ ਆਂਦੀ ਹੋਵੇ ਅਤੇ ਵਹਿੜੀ ਉੱਥੇ ਛੱਡ ਆਇਆ ਉਹ। ਅਤੇ ਮੈਨੂੰ ਕਿਉਂਕਿ ਚਾਅ ਹੀ ਬੜਾ ਅਤੇ ਮੈਂ ਕਿਤੇ ਖੋਤੀ ਨੂੰ ਵਹਿੜੀ ਤਾਂ ਨਹੀਂ ਬਣਾਈ ਫਿਰਦਾ। ਖੈਰ ਉਹਨੇ ਕਿਹਾ ਐਵੇਂ ਚੱਲ ਬੰਦਾ ਚਵਲਾਂ ਨਾ ਮਾਰ, ਮੈਨੂੰ ਆਖਰ ਕੋਈ ਖੋਤੀ ਲੈ ਜਾਂਦਾ ਵੇਖੇਗਾ ਅਤੇ ਮੈਨੂੰ ਹੋਰ ਵੀ ਤਾਂ ਕੋਈ ਕਹੇਗਾ ਨਾ ਵੀ ਤੂੰ ਖੋਤੀ ਜਾਣਦੇ ਲਈ ਜਾਂਦਾ ਕਿੱਥੇ। ਖੈਰ ਅੱਗੇ ਗਏ, ਦੂਜਾ ਠੱਗ ਟੱਕਰਿਆ। ਉਹਨੇ ਕਿਹਾ ਉਹ ਕਾਕਾ ਓਏ ਸੋਹਣਿਆ, ਓਏ ਖੋਤੀ ਬੜੀ ਜ਼ਬਰਦਸਤ ਯਾਰ, ਵੇਚਣੀ ਹੋ? ਉਹਨੇ ਕਿਹਾ ਮਾਰੇ ਗਏ, ਇਹ ਵੀ ਕਹਿੰਦਾ ਖੋਤੀ, ਇਹ ਬੰਦਾ ਵੀ, ਹੁਣ ਸਾਰੇ ਤਾਂ ਨਹੀਂ ਨਾ ਪਾਗਲ ਹੋਏ। ਇਸ ਤਰ੍ਹਾਂ ਹੀ ਤੀਜੇ ਨੇ ਵੀ ਇੰਝ ਹੀ ਜਨਾਬ ਦੋ ਕਰੂ ਗਿਆ, ਅਤੇ ਉਹ ਅੱਗੇ ਉਹ ਵੀ ਟੱਕਰ ਪੈਂਦਾ, ਤੀਜਾ ਵੀ। ਆਖਰੀ ਚੌਥੇ ਨੇ ਜਦੋਂ ਆਖਿਆ ਨਾ ਉਹ ਭਾਈ ਉਹ ਕਹੇ ਖੋਤੀ ਵੇਚ ਲੈ। ਉਹਨੇ ਕਿਹਾ ਮਾਰੇ ਗਏ, ਚਲੋ ਖੋਤੀ ਵੇਚਨੇ ਭੈਣ ਜੋ ਕਿ ਯੱਬ ਹੈ। ਖੈਰ ਯਾਰ ਮੇਰੇ ਮੂੰਹ ਗਾਲ ਨਿਕਲ ਗਈ ਅਤੇ ਮਾਫ਼ ਕਰਨਾ ਹੈ। ਤੋ ਸਾਨੂੰ ਅਸੀਂ ਪੰਜਾਬੀ ਹੈ ਨਾ, ਪੰਜਾਬੀ ਮਤਲਬ ਥੋੜ੍ਹਾ ਕੰਮ ਖਰਾਬ ਕਰ ਹੀ ਲੈਂਦੇ ਨੇ। ਅਤੇ ਉਹ ਨਾ ਉਹਨੇ ਚੌਥੇ ਆਖਿਆ ਅਤੇ ਇਹਨੇ ਫਿਰ ਕਿਹਾ ਵੀ ਹਾਂ ਮੈਂ ਵੇਚਣੀ। ਚੰਗੇ ਸਸਤੇ ਵੇਲੇ ਸਨ ਹਾਂਜੀ, ਅਤੇ ਮੋਟਰਸਾਈਕਲ ਉਦੋਂ 12-13 ਹਜ਼ਾਰ ਦੀ ਆ ਜਾਂਦੀ ਸੀ, ਹੁਣ ਤਾਂ ਲੱਖਾਂ ਰੁਪਏ ਟੁਰ ਗਈ। ਹਾਂਜੀ ਹੁਣ ਤਾਂ ਤੁਸੀਂ 1 to 5 ਜਾਂ CD70 ਔਰ ਪਤਾ ਨਹੀਂ ਕੀ ਯਾਮਾ ਯੂਮਾ ਹਾਂ, ਅਤੇ ਮੈਂ ਹੁਣ ਕਦੀ ਵੇਖੀ ਨਹੀਂ। ਖੈਰ ਉਹ ਨਾ ਹੋਂਡਾ ਸ਼ੋਂਡਾ ਹੀ ਜ਼ਿਆਦਾ ਲੋਕ ਲਈ ਫਿਰਦੇ ਨੇ। ਉਹ ਖੈਰ ਉਹਨੇ ਕਿਹਾ ਸੌਦਾ ਮੁੱਕ ਗਿਆ ਉਹਨਾਂ ਦਾ। ਹਾਂਜੀ ਉਹ ਗੱਲ ਮੁੱਕਦੀ ਮੁੱਕ ਗਈ, 1200-1300 ਰੁਪਈਆ, 1250 ਪੌਣੇ 1300 ਗੱਲ ਮੁੱਕ ਗਈ। ਉਹਨੇ ਜੇਬ 'ਚ ਪੈਸੇ ਤੇ ਵਾਪਸ ਆ ਗਿਆ ਅਤੇ ਉਹ ਫਿਰ ਖੈਰ ਉਹਨੇ ਆ ਕੇ ਮਾਈ ਨੂੰ ਕਿਹਾ ਵੀ ਮਾਂ ਮੈਂ ਗਲਤੀ ਨਾਲ ਖੋਤੀ ਲੈ ਗਿਆ ਅਤੇ ਮੈਂ ਵੇਚ ਆਈ। ਉਹਨੇ ਕਿਹਾ ਖੋਤੀ ਤੇ ਉਹ ਖਲੋਤੀ ਏ ਡੇਰੇ 'ਤੇ, ਤੂੰ ਕੀ ਕਰਨਾ? ਮੈਂ ਕੀ ਕਰਨਾ ਚਵਲਾ ਜਿਹਾ, ਤੂੰ ਵਹਿੜੀ ਲੈ ਕੇ ਗਿਆ? ਉਹ ਵਹਿੜੀ ਖੋਤੀ ਦੇ ਮੁੱਲ 'ਚ ਵੇਚ ਕੇ ਘਰ। ਉਹ ਭਰਾ ਉਹਦਾ ਜਿਹੜਾ ਨਾ ਅਚਾਨਕ ਉਹਨੇ ਰਹਿਣਾ ਤੇ ਸੀ ਉੱਥੇ ਕੁਝ ਦਿਨ, ਉਹ ਆ ਗਿਆ ਜਿਹੜਾ ਬੜਾ ਚਲਾਕ ਹੁਸ਼ਿਆਰ ਸੀ। ਉਹਨੇ ਆ ਕੇ ਜਨਾਬ ਜਦੋਂ ਗੱਲ ਸੁਣੀ ਉਹਨੇ ਕਿਹਾ ਜਾ ਤੇਰਾ ਬੇੜਾ ਕਰੋ ਚਵਲਾ ਜਿਹਾ, ਤੈਨੂੰ ਅਕਲ ਹੀ ਨਹੀਂ ਰਹਿਣੀ, ਸਾਰੀ ਉਮਰ ਤੂੰ ਇੰਝ ਹੀ ਲੁੱਟਿਆ ਪੁੱਟਿਆ ਜਾਣਾ ਅਤੇ ਵਿਆਹ ਸ਼ਿਆ ਜਾਣਾ, ਤੇਰੀ ਬੁੱਢੀ ਨੇ ਤੈਨੂੰ ਵੇਚ ਕੇ ਖਾ ਜਾਣਾ। ਖੈਰ ਉਹਨੇ ਕਿਹਾ ਅੱਛਾ ਮੈਂ ਕਰਨਾ ਇਹਨਾਂ ਦਾ ਸੌਦਾ, ਸੂਤਰ ਕਰਨਾ ਮੈਂ। ਉਹ ਜਨਾਬ ਸੱਤੀਆਂ ਦੀ ਰਾਤਾਂ ਲੰਮੀਆਂ ਹੁੰਦੀਆਂ ਕਹਾਣੀਆਂ, ਜਿਹੜੀਆਂ ਮਾਈਆਂ ਬਾਬੇ ਸੁਣਾਉਂਦੇ ਬੜੀ ਲੰਮੀਆਂ ਕਹਾਣੀਆਂ ਹੁੰਦੀਆਂ ਸੀ। ਖੈਰ ਉਹ ਜਨਾਬ ਮੈਂ ਵੀ ਤੁਹਾਨੂੰ ਦੇਣੀ ਤੌਰ 'ਤੇ ਤਿਆਰ ਕਰਨਾ ਵੀ ਤੁਹਾਨੂੰ ਮੇਰੀ ਕਹਾਣੀ ਤਾਂ ਪੂਰੀ ਸੁਣ ਲਓ ਨਾ। ਉਹ ਆ ਗਿਆ, ਉਹਨੇ ਕਿਹਾ ਯਾਰ ਮੈਂ ਕੋਈ ਸੂਤਰ ਕਰਨਾ। ਉਹਨੇ ਕਿਹਾ ਕਿਸ ਪਾਸੇ ਨੂੰ ਗਏ ਸਨ ਉਹ ਜਿਹੜਾ ਉਹ ਆਪਣਾ ਖੋਤੀ ਸ਼ੋਤੀ ਲੈ ਕੇ ਤੂੰ ਤੇ ਬੈਠ ਦੇ ਹੈ, ਉਹ ਬੈਠੀ ਸੀ ਜਾਂ ਖੋਤੀ ਜੋ ਵੀ, ਤੂੰ ਕਿੱਧਰ ਲੈ ਗਏ ਸੀ, ਕਿਹ ਨੂੰ ਗਏ ਸਨ? ਉਹਨੇ ਕਿਹਾ ਲਹਿੰਦੇ ਵੱਲ ਨੂੰ, ਜਿਹੜਾ ਇੱਧਰ ਨੂੰ ਗਏ ਸਨ। ਉਹ ਲੋਕਾਂ ਕੋਲ ਪੁੱਛ ਪੁਛਾ ਇੱਧਰੋਂ ਲਾਉਂਦਿਆਂ ਵੇਖਿਆ। ਉਹਨੇ ਕਿਹਾ ਹੋਏ ਤੇ ਵਹਿੜੀ ਲੈ ਜਾਂਦੇ ਬੰਦੇ ਵੇਖੇ ਅਸੀਂ, 4 ਬੰਦੇ ਸਨ। ਉਹ ਸਾਰੇ ਇਕੱਠੇ ਹੋ ਗਏ ਨਾ, ਫਿਰ ਹੈ ਜੀ ਠੱਗ ਸਨ ਹਰਾਮ ਦੇ। ਉਹ ਖੈਰ ਉੱਥੇ ਪਹੁੰਚ ਗਿਆ, ਉੱਥੇ ਅਪੜ ਕੇ ਉਹਨੇ ਉਹ ਖੋਤੀ ਲੈ ਗਿਆ ਸੀ।
ਉੱਥੇ ਜਾ ਕੇ ਤੇ ਉਹਨੇ ਕਿਹਾ ਯਾਰ ਮੈਂ ਪਰਦੇਸੀ ਹਾਂ, ਮੈਨੂੰ ਤੁਸੀਂ ਇੰਨਾ ਕਰੋ ਸੂਤਰ ਕੰਮ ਕਿ ਮੈਂ ਰਾਤ ਇੱਥੇ ਰਹਿਣਾ। ਤੁਸੀਂ ਉਹਨੇ ਕਿਹਾ ਰੋਜ਼ ਐਸ਼ ਕਰੋ, ਕੋਈ ਗੱਲ ਨਹੀਂ। ਉਹਨੇ ਕਿਹਾ ਯਾਰ ਮੇਰੀ ਖੋਤੀ ਦਾ ਬਹੁਤ ਖਿਆਲ ਰੱਖਣਾ। ਇਹਨੇ ਕਿਹਾ ਖੋਤੀ ਦਾ ਖਿਆਲ ਰੱਖਣਾ ਕੀ ਮਤਲਬ? ਇੱਥੇ ਬੰਨ੍ਹਦੇ ਡੰਗਰਾਂ 'ਚ, ਇੱਥੇ ਬੱਜੇ ਬਾਕੀ ਡੰਗਰ ਇੱਥੇ ਬੰਨ੍ਹਦੇ ਪੱਠੇ ਇੱਥੇ ਪਾ ਲਏ। ਉਹਨੇ ਕਿਹਾ ਨਹੀਂ, ਇਹ ਖੋਤੀ ਨੂੰ ਸਵੇਰੇ ਪਹਿਲੀ ਲਿੱਦ ਕਰਦੀ ਨਾ, ਉਹਦੇ 'ਚ ਸੋਨਾ ਨਿਕਲਦਾ। ਉਹਨਾਂ ਕੋਲ ਜਾ ਚਵਲਾ ਮਾਰਨ ਦਿਆ। ਉਹ ਇੱਕ ਸੋਨੇ ਦੀ ਪੱਤਰੀ ਜੀ ਨਾਲ ਲੈ ਗਿਆ ਸੀ। ਉਹ ਸਵੇਰ ਹੋਈ ਤੇ ਉਹ ਜਨਾਬ ਆਪਣੀ ਝੋਲੀ ਇੰਝ ਕਰਕੇ ਉਹ ਲਿੱਦ ਕਰਨ ਲੱਗੀ, ਥੱਲੇ ਰੱਖ ਕੇ ਲਿੱਦ ਮਲ ਮੁਲ ਕੇ ਉਹਨੇ ਵਿੱਚ ਚਲਾਕੀ ਨਾਲ ਆ ਕਰ ਐਲਾ ਸੋਨਾ। ਉਹ ਜਨਾਬ ਉਹਨਾਂ ਨੇ ਕਿਹਾ ਵੀ ਤੇ ਵਾਕਈ ਭੈਣ ਸੱਚਮੁੱਚ ਸੋਨਾ ਆ ਗਿਆ। ਉਹ ਖੈਰ ਉਹਨਾਂ ਨੇ ਕਿਹਾ ਜੀ ਇਹ ਤੂੰ ਖੋਤੀ ਵੇਚ ਦੇ। ਉਹਨੇ ਕਿਹਾ ਵੀ ਮੈਂ ਖੋਤੀ ਵੇਚਣ ਵਾਲੀ ਨਹੀਂ, ਮੈਂ ਨਹੀਂ ਵੇਚਣੀ ਭਾਈ। ਉਹਨਾਂ ਨੇ ਬੜੀ ਜ਼ਿੱਦ ਕੀਤੀ। ਉਹ ਜਨਾਬ 32,000 ਰੁਪਏ ਦੀ ਖੋਤੀ ਵੇਚ ਕੇ ਘਰ ਆ ਗਿਆ। ਅਗਲੇ ਦਿਨ ਜਨਾਬ ਵਾਲੀ ਉਹ ਹੁਣ ਅਗਲਾ ਦਿਨ ਹੋਣਾ ਸੀ ਤੇ ਉਹ ਲਿੱਦ ਮਲਣੀ ਸੀ ਤੇ ਸੋਨਾ ਕੱਢਣਾ ਸੀ। ਉਹ ਤੇ ਖੋਤੀ ਦਾ ਸਿਰ ਨਿਕਲਣਾ ਸੀ। ਉਹ ਤੇ ਚਲਾਕੀ ਸੀ। ਹੁਣ ਇਹਨਾਂ ਨੇ ਉਹਨੂੰ ਹੱਥ ਫੇਰਿਆ ਸੀ ਤੇ ਉਹਨੇ ਇਹਨੂੰ ਹੱਥ ਫੇਰ ਦਿੱਤਾ। ਉਹ ਜਨਾਬ ਉਹ ਸਾਰੇ ਬੜੇ ਪਰੇਸ਼ਾਨ ਵੀ। ਉਹ ਜੋ ਲਿੱਦ ਮਲੀ ਮੁਲੀ ਕੱਖ ਨਾ ਨਿਕਲਿਆ। ਉਹਨਾਂ ਕਿਹਾ ਯਾਰ ਉਹ ਤੇ ਫਰਾਡ ਕਰਕੇ ਟੁਰ ਗਿਆ ਸਾਡੇ ਨਾਲ। ਹਾਂਜੀ, ਉਹ ਤਾਂ ਫਰਾਡ ਕਰਕੇ ਟੁਰ ਗਿਆ। ਉਹ ਜਨਾਬ ਉਹ ਕਹਿਣ ਲੱਗੇ ਅੱਛਾ ਇਹਦਾ ਪਤਾ ਕਰਨੇ। ਉਹਨੇ ਮਹਿਸੂਸਾ ਲਾ ਲੂ ਕੇ ਉਹ ਇਹਨਾਂ ਡੇਰੇ ਡੂਰੇ ਪਹੁੰਚ ਕੇ ਆ ਕੇ ਉਹਨਾਂ ਨੇ ਕਿਹਾ ਤੂੰ ਸਾਡੇ ਨਾਲ ਚੱਕਰ ਚਲਾ ਕੇ ਆਇਆ। ਉਹਨੇ ਕਿਹਾ ਕੀ ਚੱਕਰ ਚਲਾਇਆ? ਉਹਨੇ ਕਿਹਾ ਚੱਕਰ ਕੀ ਚਲਾਣਾ? ਤੇ ਮੇਰਾ ਖਿਆਲ ਇੰਝ ਨਾ ਕਰੀਏ ਵੀ ਇਹ ਕਹਾਣੀ ਦੀ ਅਗਲੀ ਕਿਸ਼ਤ ਕਰ ਲਈਏ, ਕਿਉਂਕਿ ਵੀਡੀਓ ਹੁੰਦੀ ਜਾਂਦੀ ਲੰਮੀ ਤੇ ਮੇਰਾ ਮਿਹਦਾ ਵੀ ਖਰਾਬ ਹੈ ਤੇ ਇੰਡਕਾਰ ਜੇ ਵੀ ਆਉਂਦੇ ਨੇ। ਹੈ ਮੇਰਾ ਖਿਆਲ ਹੈ ਇਹ ਜਨਾਬ ਪਹਿਲਾ ਹਿੱਸਾ ਕਹਾਣੀ ਦਾ ਇੱਥੇ ਮੁਕਾਉਂਦੇ। ਅੱਗੋਂ ਫਿਰ ਦਰਅਸਲ ਮੈਂ ਤੁਹਾਨੂੰ ਇੰਨੇ ਹਾਈਲਾਈਟਸ ਦੱਸ ਦੇਣਾ ਵੀ ਅੱਗੋਂ ਕੀ ਹੋਣਾ। ਅੱਗੋਂ ਉਹਨੇ ਜਨਾਬ ਇਹਨਾਂ ਨੂੰ ਖਰਗੋਸ਼ ਰੱਖੇ ਹੁੰਦੇ, ਉਹ ਖਰਗੋਸ਼ ਵੀ ਮੁੱਲ 'ਚ ਦੇਣੇ। ਪਹਿਲੇ ਉਹਨੇ ਖੋਤੀ, ਫਿਰ ਖਰਗੋਸ਼ ਤੋਂ ਬਾਅਦ ਉਹਨੇ ਫਿਰ ਇਹਨਾਂ ਨੂੰ ਜਾਂ ਦਰਿਆ 'ਚ ਰੋੜਨਾ। ਉਹ ਕਿੰਝ ਰੋੜਦਾ ਅਤੇ ਕਿੰਝ ਖਰਗੋਸ਼ ਕੀ ਕਰਦਾ ਅਤੇ ਕਿਸ ਤਰ੍ਹਾਂ ਮਾਮਲਾਤ ਹੁੰਦੇ ਨੇ, ਇਹਦੇ ਦੂਸਰੇ ਹਿੱਸੇ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਫਿਰ ਹੋਇਆ ਕੀ, ਇਹਨੇ ਉਹਨਾਂ ਨੂੰ ਵਰਤਿਆ ਕਿੰਝ, ਉਹਨਾਂ ਦਾ ਹਾਲ ਕੀ ਕੀਤਾ ਅਤੇ ਉਹਨਾਂ ਦੀ ਬੁਰੀ ਹਾਲਤ ਕਰ ਦਿੱਤੀ। ਇਜਾਜ਼ਤਾਂ ਦਿਓ। ਅਤੇ ਇਹ ਜਨਾਬ ਠੱਗਾਂ ਦੀ ਕਹਾਣੀ ਅਤੇ ਚਾਰ ਠੱਗ ਅਤੇ ਉਹ ਲੱਲੂ ਜਿਹੜਾ ਇਹਦਾ ਭਰਾ ਸੀ ਵੀਰ ਦਾ, ਅਤੇ ਉਹਦੀ ਕਹਾਣੀ। ਅਤੇ ਉਹ ਮਾਈ ਵਿਚਾਰੀ ਜਿਹੜੀ ਬੇਵਾ ਅਤੇ ਉਹ ਆਪਣੇ ਬੱਚੇ ਪਾਲਦੀ ਹੈ ਅਤੇ ਮਾਂ ਨੂੰ ਕਿੰਨੀਆਂ ਤਕਲੀਫਾਂ ਅਤੇ ਕਿੰਨੀਆਂ ਮੁਸ਼ਕਿਲਾਤ ਆਉਂਦੀਆਂ ਨੇ ਆਪਣੀ ਔਲਾਦ ਨੂੰ ਪਾਲਣ ਵਿੱਚ। ਇਹਦਾ ਸਾਰੀ ਦੀ ਕਹਾਣੀ ਹੈ। ਅਤੇ ਬਾਕੀ ਕਹਾਣੀ ਇਨਸ਼ਾ ਅੱਲਾ ਅਗਲੀ ਕਿਸ਼ਤ ਤੁਹਾਨੂੰ ਸੁਣਾਵਾਂਗੇ। ਅੱਲਾ ਹਾਫਿਜ਼। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਰਾਜ਼ੀ ਰੱਖੇ। ਬਹੁਤ ਮਿਹਰਬਾਨੀ। ਪੰਜਾਬੀ ਦੀ ਵੀਡੀਓ ਜਿਹੜੀ ਹੈ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਜ਼ਰੂਰ ਸਾਨੂੰ ਦੱਸਣਾ। ਅਸੀਂ ਤੁਹਾਡਾ ਜਨਾਬ ਇੰਤਜ਼ਾਰ ਕਰਾਂਗੇ। ਇਸੇ ਚੈਨਲ ਸਾਡਾ ਉਰਦੂ ਨਗਰ ਤੋਂ ਪੰਜਾਬੀ ਦੀ ਵੀਡੀਓ ਤੁਹਾਨੂੰ ਪੇਸ਼ ਕੀਤੀ, ਪੰਜਾਬੀ 'ਚ ਗੱਲਬਾਤ ਤੁਹਾਡੇ ਨਾਲ ਕੀਤੀ, ਆਪਣੇ ਮਿੱਤਰਾਂ ਬੇਲੀਆਂ ਨਾਲ ਮਾਂ ਬੋਲੀ 'ਚ। ਅਤੇ ਤੁਹਾਨੂੰ ਇਹਦੇ ਬਾਰੇ ਨਾ ਆਪਣੇ ਦੱਸਣਾ ਵੀ ਆਹ ਜਿਹੜੀ ਅੱਧੀ ਕਹਾਣੀ ਜਦੋਂ ਸੁਣਾਈਏ, ਉਹ ਬੱਚੇ ਵੀ ਇੰਝ ਰਾਤ ਸਰਦੀਆਂ ਬਾਅਦ ਕਹਿੰਦੇ ਮਾਂ ਦੀ ਗੱਲ ਸੁਣਦੇ ਉੱਥੇ ਢੇਰ ਹੋ ਜਾਂਦੇ, ਉੱਥੇ ਸੌ ਜਾਂਦੇ ਨੇ। ਔਰ ਫਿਰ ਮਾਈ ਉਹਨੂੰ ਅਗਲੇ ਰੋਜ਼ ਜਨਾਬ ਉਹ ਮਾਈ ਨੂੰ ਕਹਿੰਦੇ ਨੇ ਮਾਂ ਮੈਂ ਇੱਥੋਂ ਤੱਕ ਸੁਣੀ ਸੀ, ਅੱਗੋਂ ਕਹਾਣੀ ਸੁਣਾ। ਅਤੇ ਮੈਂ ਵੀ ਤੁਹਾਨੂੰ ਮਾਈ ਬਣ ਕੇ ਅਤੇ ਅਗਲਾ ਹਿੱਸਾ ਸੁਣਾਵਾਂਗਾ। ਅੱਲਾ ਹਾਫਿਜ਼। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਰਾਜ਼ੀ ਰੱਖੇ ਅਤੇ ਤੁਹਾਨੂੰ ਦੁਨੀਆ ਅਤੇ ਆਖਰਤ ਸਭ ਕੁਛ ਉਹਦੀਆਂ ਚੰਗੀਆਂ ਸ਼ਾਈਆਂ ਸਾਰੀਆਂ ਅਤਾ ਕਰੇ। ਇਜਾਜ਼ਤਾਂ ਦਿਓ। ਰੱਬ ਰੱਖ।